Hi guys, I'm Inder from Skitty magazine. Today we're here to talk to Mr. Gora Telo. He is the founder of Telo Group of Companies and StarMart. Recently, he's been in the news for a good cause that he's been a part of. He's donated over 200,000 masks. And let's see what he has to say. Thank you, Mr. Goratello, for having us. We're very glad for you to be our first profile for our magazine Cityscope. ਸਰ ਥੋੜੀ ਬੈਕਗ੍ਰਾਉਂਡ ਦੋਗੇ ਮੈਨੂੰ ਆਪਣੇ ਬਾਰੇ? ਹੁਣ ਇੱਥੇ ਅਸੀਂ ਹਾਂਗਕਾਂਗ ਦੇ ਵਿੱਚ ਮੈਂ ਮੇਰੀ ਵਾਈਫ ਦੋ ਬੱਚੇ ਆ ਅਤੇ ਮੰਮੀ ਡੈਡੀ ਪਿਛਲੇ 3 ਜਨਵਰੀ ਨੂੰ ਡੈਥ ਹੋ ਗਈ ਸੀ ਉਹਨਾਂ ਦੀ। ਅੱਛਾ। ਅਤੇ ਇੰਡੀਆ 'ਚ ਇੱਕ ਸਿਸਟਰ ਅਤੇ ਬ੍ਰਦਰ। ਐਂ ਕੋਈ ਹੈਗੇ ਜੀ ਇੰਡੀਅਨ ਬਿਜ਼ਨਸਮੈਨ ਹਾਂਗਕਾਂਗ ਵਿੱਚ ਜਿਨ੍ਹਾਂ ਨੂੰ ਤੁਸੀਂ ਦੇਖ ਕੇ ਕਿਹਾ ਕਿ ਹਾਂਜੀ ਜੇ ਇਹ ਕਰ ਰਹੇ ਨੇ ਮੈਂ ਵੀ ਕਰ ਸਕਦਾ, ਇੰਸਪੀਰੇਸ਼ਨ ਮਿਲੀ ਉਹਨਾਂ ਤੋਂ? ਜਾਂ ਨਹੀਂ ਇੱਦਾਂ ਤਾਂ ਨਹੀਂ ਕੁਛ ਨਹੀਂ ਹੈ ਜੀ ਬਈ, ਬਾਕੀ ਤੁਹਾਡੇ ਕੋਲ ਨੇੜੇ ਲੋਕ ਬਹੁਤ ਸਾਰੇ ਲੋਕ ਹੁੰਦੇ ਨੇ ਜਦੋਂ ਮੈਨੂੰ ਇੰਸਪਾਇਰ ਕਰਦੇ ਨੇ ਉਹ ਤਾਂ ਹਰ ਜਗ੍ਹਾ, ਬਟ ਇੱਦਾਂ ਤਾਂ ਨਹੀਂ ਕੋਈ ਲੱਗਿਆ ਕਿ। ਸੋ ਸ਼ੁਰੂ ਵਿੱਚ ਤੁਸੀਂ ਬਿਜ਼ਨਸ ਸ਼ੁਰੂ ਕੀਤਾ ਸੀ, ਪ੍ਰੋਬਲਮਸ ਤਾਂ ਆਫ ਕੋਰਸ ਆਈਆਂ ਹੋਈਆਂ, ਸੋ ਤੁਸੀਂ ਕਿਵੇਂ ਹੈਂਡਲ ਕੀਤੀਆਂ ਨਵੀਂ ਪ੍ਰੋਬਲਮਸ? ਸੋ ਸਟ੍ਰੈਸ ਕਿਵੇਂ ਹੈਂਡਲ ਕੀਤਾ ਤੁਸੀਂ? ਪ੍ਰੋਬਲਮਸ ਤਾਂ ਕੋਈ ਵੀ ਬਿਜ਼ਨਸ ਸ਼ੁਰੂ ਕਰਦੇ ਹੋ 3 ਸਾਲ ਤੋਂ ਘੱਟ ਤੋਂ ਘੱਟ ਲੱਗ ਜਾਂਦੇ ਤੁਹਾਨੂੰ ਸੈਟਅਪ ਕਰਨ ਦੇ ਲਈ, ਉਹਨੂੰ ਬ੍ਰੇਕ ਈਵਨ ਦੇ ਵਿੱਚ ਆਉਣ ਦੇ ਲਈ। ਉਹਦੇ ਲਈ ਰਾਤ ਦੀ ਨਾਈਟ ਜੋਬ ਵੀ ਕਰਦੇ ਰਹੇ, ਦਿਨੇ ਬਿਜ਼ਨਸ ਨਾਈਟ ਜੋਬ। ਜਿਹੜੀ ਨਾਈਟ ਜੋਬ ਦੀ ਸੈਲਰੀ ਹੁੰਦੀ ਸੀ ਉਹ ਵੀ ਦਿਨ ਦੇ ਸਟਾਫ ਨੂੰ ਸੈਲਰੀ ਦੇ ਵਿੱਚ ਨਿਕਲ ਜਾਂਦੀ ਸੀ। ਬਟ ਕੀ ਸੀ ਉਦੋਂ ਉਸ ਟਾਈਮ ਸਿੰਗਲ ਸੀ, ਜ਼ਿਆਦਾ ਆਪਣਾ ਖਰਚਾ ਨਹੀਂ ਸੀ, ਹਾਰਡ ਵਰਕ ਬਹੁਤ ਕੀਤਾ। ਤਕਰੀਬਨ 2-3 ਘੰਟੇ ਸੌਂਦੇ ਰਹੇ, 22 ਘੰਟੇ 20 ਘੰਟੇ ਲਗਾਤਾਰ। ਸੋ ਤੁਸੀਂ ਮਤਲਬ ਨੌਕਰੀ ਵੀ ਕਰ ਰਹੇ ਸੀ, ਬਿਜ਼ਨਸ ਵੀ ਹੈਂਡਲ ਕਰ ਰਹੇ ਸੀ, ਫੈਮਿਲੀ ਵੀ ਸੀਗੀ ਹੈ ਨਾ, ਫਿਰ ਬੈਲੈਂਸ ਕਿਵੇਂ ਕਰ ਰਹੇ ਸੀ ਸਾਰਾ ਕੁਛ? ਨਹੀਂ ਉਸ ਟਾਈਮ ਮੈਂ ਇੱਥੇ ਇਕੱਲਾ ਹੀ ਰਹਿ ਰਿਹਾ ਸੀ ਕਿਉਂਕਿ ਮੇਰੀ ਵਾਈਫ ਦੀ ਡੈਥ ਹੋ ਗਈ ਸੀ 2009 ਦੇ ਵਿੱਚ। ਉਸ ਤੋਂ ਬਾਅਦ ਇਕੱਲਾ ਸੀ ਬਿਲਕੁਲ ਹੀ, ਅਤੇ ਇਹਨਾਂ ਖਰਚਾ ਇਕੱਲੇ ਬੰਦੇ ਦਾ ਉਨਾ ਫਿਰ ਵੀ ਫੈਮਿਲੀ ਦੇ ਨਾਲ ਜ਼ਿਆਦਾ ਹੋ ਜਾਂਦਾ ਹੁੰਦਾ ਨਹੀਂ ਸੀ। ਬਟ ਕੋਈ ਹੈ ਹੀ ਨਹੀਂ ਇੱਦਾਂ ਤਾਂ ਹੈ ਹੀ ਨਹੀਂ ਸੀ ਕਿ ਕਦੇ ਜਿਵੇਂ ਕਹਿ ਲਓ ਪੰਜਾਬੀ ਜਿਹੜੇ ਢਹਿੰਦੀ ਕਲਾ ਚੜ੍ਹਦੀ ਕਲਾ 'ਚ ਸੀ ਕਿ ਕੋਈ ਗੱਲ ਨਹੀਂ ਇੱਕ ਦਿਨ ਸਕਸੈਸ ਹੋਵਾਂਗੇ। ਮੇਰੇ ਹਿਸਾਬ ਨਾਲ ਮੈਂ 4 ਸਾਲ ਤੋਂ ਬਾਅਦ ਜਾ ਕੇ ਬ੍ਰੇਕ ਈਵਨ ਦੇ ਵਿੱਚ ਆਇਆ। ਉਸ ਤੋਂ ਬਾਅਦ ਜਾ ਕੇ ਤਾਂ ਫਿਰ ਅੱਗੇ ਆ ਕੇ ਤਾਂ ਵਾਹਿਗੁਰੂ ਦੀ ਮਿਹਰ ਨਾਲ 2014 ਦੀ ਦੁਬਾਰਾ ਮੈਰਿਜ ਹੋਈ ਹੈ। ਉਸ ਤੋਂ ਬਾਅਦ ਫੈਮਿਲੀ ਸਪੋਰਟ ਹੋ ਗਈ ਤਾਂ ਹੋਰ ਬੰਦਾ ਜਲਦੀ ਕਰਦਾ। ਤੁਸੀਂ ਕਿਹਾ ਕਿ ਤੁਹਾਨੂੰ 4 ਸਾਲ ਲੱਗੇ ਬ੍ਰੇਕ ਈਵਨ ਹੋਣ 'ਤੇ, ਸੋ ਉਸ ਤੋਂ ਬਾਅਦ ਥੋੜ੍ਹਾ ਸਟੇਬਲ ਹੋ ਗਿਆ ਫਿਰ? ਉਸ ਤੋਂ ਬਾਅਦ ਤਾਂ ਫਿਰ ਵਾਹਿਗੁਰੂ ਦੀ ਮਿਹਰ ਨਾਲ ਪ੍ਰੋਫਿਟ ਦੇ ਵਿੱਚ ਆ ਗਏ, then ਐਕਸਪੈਂਡ ਕਰਨਾ ਸ਼ੁਰੂ ਕਰ ਦਿੱਤਾ ਕਿ ਸੋ ਸ਼ੁਰੂ ਵਿੱਚ ਤੁਹਾਡੀ ਬ੍ਰਾਂਚ ਲੈ ਕੇ ਰਹੀ ਹੋਣੀ? ਸ਼ੁਰੂ ਸਾਡੀ ਇੱਕੋ ਬ੍ਰਾਂਚ ਸੀ। ਇਹ ਬ੍ਰਾਂਚ ਨਹੀਂ ਮਤਲਬ ਇੱਕ ਸੋਲ ਪ੍ਰੋਵਾਈਡਰ ਕੰਪਨੀ ਸੀ। 2013 'ਚ ਮਿਸਟਰ ਬੁੱਟਰ ਐਸੋਸੀਏਸ਼ਨ ਇਹਨਾਂ ਨੂੰ ਮਿਲਿਆ, ਫਿਰ ਇਹਨਾਂ ਨੇ ਸਲਾਹ ਦਿੱਤੀ ਕਿ ਕਿਉਂ ਨਾ ਕੰਮ ਕਰਨਾ ਲਿਮਟਿਡ ਦੇ ਵਿੱਚ ਕਰੋ। ਫਿਰ ਅਸੀਂ ਉਹ ਸੋਲ ਪ੍ਰੋਵਾਈਡਰ ਬੰਦ ਕਰਕੇ ਲਿਮਟਿਡ ਦੇ ਵਿੱਚ ਆ ਗਏ ਸੀ, ਜਿਹੜੀ ਫਸਟ ਕੰਪਨੀ ਸੀ ਸਟਾਰ ਟ੍ਰੇਡਿੰਗ ਏਸ਼ੀਆ ਲਿਮਟਿਡ। 2014 ਦੇ ਐਂਡ ਦੇ ਵਿੱਚ ਜਾ ਕੇ ਅਸੀਂ ਉਹਦੇ ਅੰਡਰ ਇੱਕ ਬ੍ਰਾਂਚ ਨਵੀਂ ਖੋਲ੍ਹਤੀ ਸੀ ਸਟਾਰਮਾਰਟ, ਜੋ ਬਹੁਤ ਛੋਟੀ ਸੀ ਬ੍ਰਾਂਚ ਸੀ ਮੋਦੀ ਰੋਡ 'ਤੇ ਸਾਡੀ। ਫਿਰ ਤਾਂ ਉਸ ਤੋਂ ਬਾਅਦ ਜਿਵੇਂ ਕਹਿ ਲਓ ਵਾਹਿਗੁਰੂ ਦੀ ਮਿਹਰ ਰਹੀ ਕਿ 1 ਤੋਂ 2, 2 ਤੋਂ 3, 3 ਤੋਂ 4, 5 ਇਸ ਤਰ੍ਹਾਂ ਵੱਧਦੇ ਗਏ। ਹੁਣ ਵੀਅਤਨਾਮ 'ਚ ਵੀ ਹੈਗਾ ਸਾਡਾ, ਚਾਈਨਾ 'ਚ ਅਤੇ ਮਕਾਓ 'ਚ, ਅਤੇ ਹਾਂਗਕਾਂਗ 'ਚ ਤਾਂ 5 ਬ੍ਰਾਂਚਸ ਹੈਗੀਆਂ। ਤੁਹਾਨੂੰ ਤੁਸੀਂ ਦੇਖੀ ਕੀ ਡਿਮਾਂਡ ਸੀਗੀ ਗਰੋਸਰੀਜ਼ ਦੀ ਜਾਂ ਇੰਡੀਅਨ ਕਮਿਊਨਿਟੀ ਨੂੰ ਲੋੜ ਆ ਜੇ ਤੁਸੀਂ ਸ਼ੁਰੂ ਕੀਤਾ ਜਾਂ ਪਹਿਲਾਂ ਦਾ ਹੀ ਪੈਸ਼ਨ ਰਿਹਾ ਤੁਹਾਡਾ ਇਹ ਕੰਮ ਵਿੱਚ?
ਨਹੀਂ ਕੋਈ ਇਦਾਂ ਦੀ ਨਹੀਂ ਸੀ ਐਕਚੁਅਲੀ। ਮੈਂ ਤਾਂ ਮੋਬਾਈਲ ਫੋਨ ਦਾ ਸ਼ੁਰੂ ਕੀਤਾ ਸੀਗਾ ਸਟਾਰਟਿੰਗ। ਅੱਛਾ। ਮੋਬਾਈਲ ਫੋਨ ਤੋਂ ਬਾਅਦ ਸਡਨਲੀ ਉਹਦੇ 'ਚ ਇੱਕਦਮ ਜਿਵੇਂ ਕਹਿ ਲਓ ਵੀ ਬਿਜ਼ਨਸ ਦੇ ਵਿੱਚ ਨਾ ਇੱਕ ਦੋ ਲਾਸ ਹੋ ਗਏ। ਕੋਈ ਟੈਕਸਸ ਦੀ ਕੰਪਨੀ ਸੀ, ਉਹ ਕਾਫੀ ਫਰਾਡ ਕਰ ਗਈ। ਅੱਛਾ। ਠੀਕ ਹੈ। ਪਹਿਲੇ ਹੀ ਬੋਰੋ ਕੀਤੇ ਹੋਏ ਸੀ ਪੈਸੇ, ਉਹ ਉਲਟਾ ਉਹ 2.5-3 ਲੱਖ ਡਾਲਰ ਦਾ ਉਹ ਫਰਾਡ ਕਰ ਗਈ। ਅਤੇ ਉਸ ਤੋਂ ਬਾਅਦ ਫਿਰ ਸੋਚਿਆ ਕਿ ਕੀ ਕਰੀਏ ਇਹਨੂੰ ਵੀ, ਜਦੋਂ ਨਾਲ ਚਲੋ ਜਿੰਨੀ ਨੌਲੇਜ ਸੀ ਉਸ ਗਰੋਸਰੀ ਲਾਈਨ ਦੇ ਵਿੱਚ ਸੀਗੀ ਥੋੜ੍ਹੀ, ਤਾਂ ਚਲੋ ਆਪਾਂ ਨਾਲ ਗਰੋਸਰੀ ਸ਼ੁਰੂ ਕਰ ਦਿੰਦੇ ਹਾਂ। ਫਿਰ ਦੋਨੇ ਕੰਟੀਨਿਊਸ ਵੀ ਰਹੀਆਂ ਇਕੱਠੀਆਂ ਤਕਰੀਬਨ 6 ਮੰਥ ਲਈ। ਬਟ ਆਫਟਰ ਦੈਟ ਅਸੀਂ ਮੋਬਾਈਲ ਫੋਨ ਵਾਲੀ ਬੰਦ ਕਰ ਦਿੱਤਾ ਅਤੇ ਟੋਟਲੀ ਇੱਧਰ ਗਰੋਸਰੀ ਦੇ ਵਿੱਚ ਹੀ ਹੋ ਗਿਆ। ਹੁਣ ਟੋਟਲੀ ਗਰੋਸਰੀ। ਹੁਣ ਟੋਟਲੀ ਅਸੀਂ ਗਰੋਸਰੀ ਦੇ ਵਿੱਚ। ਸੋ ਤੁਹਾਡਾ ਫੈਮਿਲੀ ਦਾ ਬੈਕਗਰਾਊਂਡ ਵਿੱਚ ਬਿਜ਼ਨਸ ਰਿਹਾ, ਜਾਂ ਤੁਹਾਡੇ ਫਾਦਰ ਜਾਂ ਫੈਮਿਲੀ 'ਚ ਕੋਈ ਹੋਰ ਬਿਜ਼ਨਸ ਕਰਦਾ ਸੀਗਾ, ਜਾਂ ਤੁਹਾਨੂੰ ਆਪ ਹੀ ਸਿੱਖਣਾ ਪਿਆ ਸਾਰਾ ਕੁਛ? ਫੈਮਿਲੀ ਦੇ ਵਿੱਚ ਤਾਂ ਬਿਜ਼ਨਸਮੈਨ ਕੋਈ ਨਹੀਂ ਸੀ। ਅਸੀਂ ਫਾਰਮਰ ਕਿਸਾਨ ਆ, ਜਿਵੇਂ ਕਹਿ ਲਓ ਕਿਸਾਨ ਨਾਲ ਹੀ ਰਿਲੇਟਡ ਆ। ਪਰ ਮੈਂ ਸਮਝਦਾ ਕਿ ਕਿਸਾਨ ਤੋਂ ਵੱਡਾ ਕੋਈ ਬਿਜ਼ਨਸਮੈਨ ਹੀ ਹੈ ਨਹੀਂ ਗਾ। ਕਿਉਂਕਿ ਜਿੰਨਾ ਸਬਰ ਉਹਦੇ ਕੋਲੇ ਹੁੰਦਾ ਵਾ, ਜਿੰਨੀ ਇਨਵੈਸਟਮੈਂਟ ਇੱਕ ਕਿਸਾਨ ਕਰਦਾ ਵਾ, 6 ਮਹੀਨੇ ਤੱਕ ਉਹ ਖੁੱਲ੍ਹੇ ਅਸਮਾਨ 'ਚ ਇਨਵੈਸਟ ਕਰੀ ਜਾਂਦਾ ਵਾ। ਠੀਕ ਹੈ। ਵੱਡਾ ਹੋਊਗਾ ਅਤੇ ਕਈ ਵਾਰੀ ਜਦੋਂ 6 ਮਹੀਨੇ ਜਦੋਂ ਉਹਨੇ ਵਾਪਸ ਆਉਣ ਦੀ ਟਾਈਮ ਆਉਂਦਾ ਵੀ ਮੈਂ ਹੁਣ ਫਸਲ ਕੱਟੂੰਗਾ, ਕੋਈ ਕੁਦਰਤੀ ਆਫਤ ਆ ਗਈ, ਸਾਰੀ ਤਬਾਹ ਹੋ ਗਈ। ਪਰ ਇਹੋ ਜਿਹਾ ਇੱਕ ਵੀ ਕਿਸਾਨ ਨਹੀਂ ਦੇਖਿਆ ਜਿਹਦੀ ਐਤਕੀ ਫਸਲ ਤਬਾਹ ਹੋ ਗਈ ਅਤੇ ਨੈਕਸਟ ਟਾਈਮ ਉਹ ਨਾ ਕਰੂਗਾ, ਖੇਤੀ ਛੱਡ ਦੂਗਾ। ਇੱਕ ਬਿਜ਼ਨਸਮੈਨ ਨੂੰ ਲਾਸ ਹੋ ਜਾਏ ਨਾ, ਅਤੇ ਉਹ ਦੁਬਾਰਾ ਕਈ ਸਾਲ ਤੱਕ ਸੋਚਦਾ ਵੀ ਨਹੀਂ ਕਿ ਮੈਂ ਬਿਜ਼ਨਸ ਕਰਾਂ। ਠੀਕ ਹੈ। ਪਰ ਕਿਸਾਨ ਹੀ ਇੱਕ ਇਹੋ ਜਿਹਾ ਤਕੜਾ ਬਿਜ਼ਨਸਮੈਨ ਆ। ਮੈਂ ਤਾਂ ਕਹੂੰਗਾ ਕਿ ਸਾਨੂੰ ਤਾਂ ਸਿੱਖਣਾ ਉਹਨਾਂ ਤੋਂ ਚਾਹੀਦਾ। ਕਿੰਨੇ ਵਾਰ ਤਬਾਹ ਹੋ ਜਾਏ, ਕੁਛ ਹੋ ਜਾਏ, ਦੁਬਾਰਾ ਫਿਰ ਉਹੀ ਅਗਲੇ ਸਾਲ ਕਰਨੀ ਹੈ। ਸੋ ਤੁਹਾਡੇ ਫਾਦਰ ਸਾਹਿਬ ਕਿਸਾਨ ਰਹੇ ਨੇ ਜੀ, ਸੋ ਤੁਸੀਂ ਉਹਨਾਂ ਵੱਲ ਦੇਖ ਕੇ ਹੀ ਸਿੱਖ ਰਹੇ ਹੋਵੋਗੇ। ਆਪ ਉੱਥੇ ਖੇਤੀਬਾੜੀ ਆਪ ਵੀ ਕਰਦੇ ਰਹੇ ਜੀ, ਜਦੋਂ ਰਹੇ ਜਿੰਨੇ ਜੋਗੇ ਸੀਗੇ। ਮਤਲਬ ਤੁਹਾਡਾ ਪਹਿਲਾਂ ਕੋਈ ਐਕਸਪੀਰੀਅੰਸ ਨਹੀਂ ਸੀਗਾ ਬਿਜ਼ਨਸ ਵਿੱਚ, ਸੋ ਤੁਹਾਨੂੰ ਨਹੀਂ ਬਿਜ਼ਨਸ ਦੇ ਵਿੱਚ ਕੋਈ ਨਹੀਂ ਸੀਗਾ, ਸੋ ਮੋਸਟਲੀ ਤੁਹਾਨੂੰ ਆਪੇ ਸਿੱਖਣਾ ਪਿਆ ਨਾ ਖੁਦ ਐਕਸਪੀਰੀਅੰਸ ਤੋਂ ਇਨਡਾਇਰੈਕਟਲੀ। ਤਕਰੀਬਨ ਥਿਊਰੀ ਨਹੀਂ ਕਿ ਸਾਡੇ ਕੋਲ, ਪ੍ਰੈਕਟੀਕਲੀ ਇਹ MBA ਕੀਤੀ ਹੈ। ਹਾਂਜੀ। ਅਤੇ ਥਿਊਰੀ 'ਚ ਨਹੀਂ, ਆਟੋਮੈਟਿਕਲੀ ਤੁਹਾਨੂੰ ਜਦੋਂ ਸਟਰਗਲ ਚੱਲ ਰਿਹਾ ਨਾ, ਉਹ ਆਟੋਮੈਟਿਕਲੀ ਸਿੱਖ ਜਾਂਦੇ ਤੁਸੀਂ ਕਿ ਕਿਵੇਂ ਕਰਨਾ, ਕਿਵੇਂ ਹੈਂਡਲ ਕਰਨਾ। ਸੋ ਤੁਹਾਨੂੰ ਆਈ ਨਹੀਂ ਲੱਗਦਾ ਨਾ ਕਿ ਬਿਜ਼ਨਸ ਵਿੱਚ ਸਕਸੈਸ ਹੋਣ ਲਈ ਪੜ੍ਹਾਈ ਦੀ ਮਤਲਬ ਇੰਨੀ ਜ਼ਰੂਰਤ ਨਹੀਂ ਹੈ ਨਾ, ਪ੍ਰੈਕਟੀਕਲੀ ਤੁਸੀਂ ਜ਼ਿਆਦਾ ਮੰਨਦੇ ਹੋ? ਪ੍ਰੈਕਟੀਕਲੀ ਜ਼ਿਆਦਾ ਪੜ੍ਹਾਈ। ਮੇਰੇ ਕੋਲ ਕਈ ਸਟਾਫ ਆਏ ਆ ਜੋ MBA ਵੀ ਆਏ ਆ, CA ਵੀ ਆਏ ਆ, ਰਾਈਟ। ਪਰ ਮੈਂ ਇਹ ਨਹੀਂ ਕਹਿੰਦਾ ਵੀ ਪੜ੍ਹੋ ਨਾ, ਜਾਂ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ। ਪਰ ਇੱਕ ਤੁਹਾਡਾ ਜਿਹੜਾ ਪ੍ਰੈਕਟੀਕਲੀ ਐਕਸਪੀਰੀਅੰਸ ਹੁੰਦਾ ਨਾ, ਉਹ ਨਹੀਂ ਥਿਊਰੀ ਦੇ ਨਾਲ ਤੁਸੀਂ ਨਹੀਂ ਕਰ ਸਕਦੇ। ਜਿਹੜੇ ਹੁਣ ਅਗਲੇ ਯੰਗ ਬਿਜ਼ਨਸਮੈਨ ਬਿਜ਼ਨਸ ਕਰਨਾ ਚਾਹੁੰਦੇ ਨੇ, ਅਗਲੀ ਜਨਰੇਸ਼ਨ, ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਕਿ ਉਹ ਸਕਸੈਸਫੁਲ ਰਹਿਣ? ਇੱਕ ਤਾਂ ਕੋਈ ਵੀ ਤੁਸੀਂ ਬਿਜ਼ਨਸ ਸ਼ੁਰੂ ਕਰੋਗੇ ਨਾ, ਅਤੇ ਤੁਹਾਨੂੰ ਬਹੁਤ ਲੋਕ ਮਿਲਣਗੇ ਕਿ ਇਟਸ ਨੋਟ ਰਾਈਟ ਟਾਈਮ ਟੂ ਸਟਾਰਟ। ਠੀਕ ਹੈ। ਪਰ ਮੈਂ ਕਹਿੰਦਾ ਵੀ ਤੁਸੀਂ ਜਦੋਂ ਵੀ ਸ਼ੁਰੂ ਕਰ ਲਓ, ਹਮੇਸ਼ਾ ਰਾਈਟ ਟਾਈਮ ਹੀ ਹੈ। ਪਰ ਤੁਹਾਡੇ 'ਚ ਜਨੂੰਨ ਚਾਹੀਦਾ ਵਾ ਵੀ ਮੈਂ ਕਾਮਯਾਬ ਹੋਣਾ ਵਾ। ਠੀਕ ਹੈ। ਕਦੇ ਵੀ ਇਹੋ ਜਿਹਾ ਟਾਈਮ ਨਹੀਂ ਹੁੰਦਾ ਕਿ ਅਗਰ ਜੇ ਕੋਈ ਅੱਜ ਤੁਹਾਨੂੰ ਕੋਈ ਕਹੇ ਵੀ ਇੱਥੇ ਤਾਂ ਹੁਣ ਬਿਮਾਰੀ ਚੱਲ ਰਹੀ ਹੈ, ਇੱਥੇ ਆਇਆ ਹੋਇਆ ਵਾ, ਹੁਣ ਰਾਈਟ ਟਾਈਮ ਨਹੀਂ। ਇਹਦੇ 'ਚ ਵੀ ਬਹੁਤ ਸਾਰੀਆਂ ਓਪਰਚੁਨਿਟੀਜ਼ ਨਿਕਲ ਕੇ ਆਉਂਦੀਆਂ ਵਾ, ਪਰ ਤੁਹਾਡੇ 'ਚ ਦੇਖਣ ਦੀ ਤਾਕਤ ਚਾਹੀਦੀ ਆ। ਤੁਹਾਨੂੰ ਸਭ ਤੋਂ ਜ਼ਰੂਰੀ ਹੈ ਵੀ ਥੋੜ੍ਹਾ ਬਹੁਤ, ਜੇਕਰ ਥੋੜ੍ਹਾ ਤੁਸੀਂ ਤੁਹਾਡੇ ਤਾਂ ਬਾਣੀ ਹੈ ਨਾ, ਇਹ ਬਿਜ਼ਨਸ ਦੇ ਵਿੱਚ ਬਹੁਤ ਹੈਲਪ ਕਰਦੀ ਹੈ। ਜੇਕਰ ਤੁਸੀਂ ਬਾਣੀ ਪੜ੍ਹਨ ਵਾਲੇ ਬੰਦਾ ਨਾ, ਕਿੰਨਾ ਵੱਡਾ ਮਰਜ਼ੀ ਲਾਸ ਵੀ ਹੋ ਜਾਏ ਨਾ, ਉਹ ਹੱਸ ਕੇ ਉਹਨੂੰ ਸਟ੍ਰੈਸ ਨਹੀਂ ਲਊਗਾ, ਉਹਨੂੰ ਹੱਸ ਕੇ ਨਿਕਾਲੂਗਾ ਕਿ ਟਾਈਮ ਜਾਏਗਾ, ਦੁਬਾਰਾ ਫਿਰ ਇਹ ਆ ਜਾਏਗਾ। ਅਤੇ ਸਕਸੈਸ ਹੋਣ ਦੇ ਲਈ ਮੈਂ ਤਾਂ ਇਹੀ ਕਹੂੰਗਾ ਵੀ ਜੇ ਜਿੰਨਾ ਹੋ ਸਕੇ, ਜ਼ਰੂਰੀ ਨਹੀਂ ਕਿ ਪੜ੍ਹ ਕੇ ਚੱਲਣਾ, ਥੋੜ੍ਹਾ ਬਾਣੀ ਦੇ ਨਾਲ ਉਹਦੇ 'ਚ ਬਹੁਤ ਕੁਛ ਪਿਆ ਵਾ। ਤੁਹਾਨੂੰ ਬੜੀ ਜ਼ਿਆਦਾ ਉੱਥੋਂ ਐਨਰਜੀ ਮਿਲਦੀ ਹੈ ਕੰਮ ਕਰਨ ਦੇ ਲਈ, ਜਾਂ ਮਤਲਬ ਬਹੁਤ ਜ਼ਰੂਰੀ ਹੈ ਉਹਦੇ ਲਈ। ਜਿਸ ਤਰ੍ਹਾਂ ਆਪਾਂ ਚਾਈਨੀਜ਼ ਦੇਖਦੇ ਹਾਂ, ਇੱਥੇ ਕੋਈ ਬੱਚੇ ਆਪਣੇ ਨਵੇਂ, ਕੋਈ ਥੋੜ੍ਹਾ ਜਿਹਾ ਲਾਸ ਹੋ ਗਿਆ, ਕਿਸੇ ਨੇ ਛਲਾਂਗ ਮਾਰਤੀ ਬਿਲਡਿੰਗ ਤੋਂ, ਕੋਈ
ਸੁਸਾਈਡ ਕਰ ਗਿਆ ਰਾਈਟ। ਉਹ ਚੀਜ਼ਾਂ ਦੇ ਵਿੱਚ ਜਿਹੜਾ ਬੰਦਾ ਬਾਣੀ ਪੜ੍ਹਨ ਵਾਲਾ ਨਾ ਜਾਂ ਜਿਹਨੂੰ ਸਮਝ ਹੈਗੀ ਉਹਦੇ ਬਾਰੇ, ਉਹ ਕਦੇ ਵੀ ਇੱਦਾਂ ਦਾ ਗਲਤ ਫੈਸਲਾ ਨਹੀਂ ਲਊਗਾ। ਸੋ ਤੁਸੀਂ ਕਿਹਾ ਸੀਗਾ ਮੈਂਸ਼ਨ ਕੀਤਾ ਕਿ ਪ੍ਰੋਬਲਮ ਵਿੱਚ ਓਪਰਚੁਨਿਟੀ ਦੇਖਣੀ ਚਾਹੀਦੀ ਹੈ। ਸੋ ਫੋਰ ਐਗਜ਼ਾਮਪਲ ਹੁਣ ਹਾਂਗਕਾਂਗ ਵਿੱਚ ਪ੍ਰੋਟੈਸਟ ਕਰਕੇ ਡਿਜ਼ੀਜ਼ ਕਰਕੇ ਵੀ ਬਹੁਤ ਪ੍ਰੋਬਲਮਸ ਆ ਰਹੇ ਨੇ। ਸੋ ਇਹਦੇ ਵਿੱਚ ਤੁਹਾਨੂੰ ਕੋਈ ਓਪਰਚੁਨਿਟੀ ਮਿਲੀ ਹੈ ਆਪਣੇ ਬਿਜ਼ਨਸ ਨੂੰ ਅਗਾਂਹ ਲਿਆਉਣ ਦੀ? ਨਹੀਂ ਦੇਖੋ, ਪਹਿਲੀ ਗੱਲ ਤਾਂ ਪਰਮਾਤਮਾ ਨਾ ਕਰੇ ਕੋਈ ਇਹੋ ਜਿਹੀ ਕਿਸੇ ਮੁਲਕ 'ਤੇ ਵੀ ਮੁਸੀਬਤ ਆਵੇ ਰਾਈਟ। ਅਤੇ ਮੁਸੀਬਤ ਦੇ ਵਿੱਚ ਅਸੀਂ ਵੀ ਆਏ ਅੱਗੇ ਚੱਲ ਕੇ ਵੀ ਬਾਹਰ ਨਿਕਲ ਕੇ ਆਏ ਹਾਂ ਵੀ ਕਿ ਜਿੰਨੀ ਅਸੀਂ ਹੈਲਪ ਕਰ ਸਕੀਏ, ਚਾਹੇ ਉਹ ਮਾਸਕ ਦੇ ਜ਼ਰੀਏ ਆ ਜਾਂ ਜਿਸ ਤਰ੍ਹਾਂ ਵੀ ਆ ਰਾਈਟ। ਬਟ ਜੇ ਤੁਸੀਂ ਕਹੋ ਓਪਰਚੁਨਿਟੀ ਦੀ ਗੱਲ ਕਰਦੇ ਹੋ, ਉਹ ਤੁਸੀਂ ਇਹ ਰੱਖ ਲਓ ਕਿ ਦੇਖੋ ਇੱਕ ਹਾਂਗਕਾਂਗ ਸੀ, ਰੈਂਟ ਤੁਸੀਂ ਜੇ ਦੇਖ ਲਓ ਕਿੱਥੇ ਚਲੇ ਗਏ ਸੀ ਰਾਈਟ। ਜੇ ਹੁਣ ਇੱਕ ਨਵਾਂ ਬਿਜ਼ਨਸ ਸ਼ੁਰੂ ਕਰਨ ਵਾਲਾ ਬੰਦਾ ਵਾ, ਉਹ ਪਹਿਲਾਂ ਰੈਂਟ ਹੀ ਉਹਨੂੰ ਨੱਪ ਲੈਂਦਾ ਸੀ ਜਿੱਥੇ ਚਲੇ ਗਏ। ਹੁਣ ਰੈਂਟ ਆ ਜਿਹੜੇ ਆਪਣੇ ਕਮਰਸ਼ੀਅਲ ਦੇ ਵਿੱਚ ਕਿੰਨਾ ਲੋ ਆ ਰਿਹਾ ਥੱਲੇ ਰਾਈਟ, ਅਤੇ ਆਟੋਮੈਟਿਕਲੀ ਉਹਨੂੰ ਓਪਰਚੁਨਿਟੀਜ਼ ਨਿਕਲਣਗੀਆਂ ਹੋਰ ਬਹੁਤ ਤਰ੍ਹਾਂ ਦਾ ਵਾ। ਹੁਣ ਗਾਂਹ ਜਾ ਕੇ ਤੁਹਾਡਾ ਐਕਸਪੈਂਸ਼ਨ ਦਾ ਕੋਈ ਪਲਾਨ ਹੈਗਾ ਆਪਣੇ ਬਿਜ਼ਨਸ ਨੂੰ ਗਰੋ ਕਰਨ ਦਾ? ਨਹੀਂ, ਪਲਾਨ ਤਾਂ ਕੰਟੀਨਿਊਸ ਚੱਲੀ ਜਾਂਦੇ ਆ, ਕੋਈ ਇੱਦਾਂ ਦਾ ਨਹੀਂ ਹੈ। ਜਿਸ ਤਰ੍ਹਾਂ ਹੁਣ ਵੀਅਤਨਾਮ ਸਟਾਰਟ ਹੋ ਗਿਆ ਹੈ, ਚਾਈਨਾ ਹੋ ਗਿਆ ਹੈ, ਮਕਾਓ ਹੋ ਗਿਆ ਹੈ, ਉਸ ਤੋਂ ਬਾਅਦ ਵੱਡੀ ਗੱਲ ਚੱਲ ਰਹੀ ਹੈ ਤਾਇਵਾਨ ਦੇ ਵਿੱਚ, ਅਤੇ ਫਿਲੀਪੀਨ, ਇੰਡੋਨੇਸ਼ੀਆ। ਉਮੀਦ ਹੈ ਕਿ ਵਾਹਿਗੁਰੂ ਦੀ ਮਿਹਰ ਰਹੀ ਤਾਂ ਅਸੀਂ ਸਾਊਥ ਈਸਟ ਏਸ਼ੀਆ ਦਾ ਜਿਹੜਾ ਹੈਗਾ ਮੇਨ ਅਸੀਂ ਵੇਅਰ ਹਾਊਸ ਵੀ ਆਪਣਾ ਚੇਂਜ ਕਰਕੇ ਉੱਥੇ ਲੈ ਗਏ, ਵੀਅਤਨਾਮ 'ਚ ਕਰ ਰਹੇ ਹਾਂ ਵੱਡਾ। ਤਾਂ ਸਭ ਇਹੀ ਪਲਾਨ ਕਿ ਸੋ ਤੁਹਾਡਾ ਮਤਲਬ ਸਾਊਥ ਈਸਟ ਕਮਿਊਨਿਟੀ ਵਿੱਚ ਐਕਸਪੈਂਸ਼ਨ ਦਾ ਪਲਾਨ ਨਾ। ਸੋ ਤੁਸੀਂ ਮੈਨੂੰ ਹਾਂਗਕਾਂਗ ਬਾਰੇ ਦੱਸੋ ਕਿ ਤੁਸੀਂ ਹਾਂਗਕਾਂਗ ਨੂੰ ਆਪਦੇ ਬੇਸ ਕਿਉਂ ਚੁਣਿਆ? ਮਤਲਬ ਕਿ ਸਾਰਾ ਕੁਛ ਹਾਂਗਕਾਂਗ ਸ਼ੁਰੂ ਹੋਇਆ ਤੁਹਾਡਾ? ਇੱਥੋਂ ਸਾਰਾ ਕੁਛ ਮਿਲੇ ਹਾਂਗਕਾਂਗ ਦੇ ਵਿੱਚ, ਸ਼ੁਰੂ ਇੱਥੇ ਕੀਤਾ ਆ ਕੇ ਸਾਰਾ। ਅਤੇ ਇੱਥੇ ਤਾਂ ਹੁਣ ਵੈਸੇ ਵੀ ਜੇ ਕਹਿ ਲਈਏ ਕਿ ਹੁਣ ਤਾਂ ਪੰਜਾਬ ਵੀ ਜਾਂਦੇ ਨਾ, ਪਿੰਡ ਜਾ ਕੇ ਦਿਲ ਨਹੀਂ ਲੱਗਦਾ ਜਿੰਨਾ ਇੱਥੇ, ਕਿਉਂ ਸਾਰਾ ਫਰੈਂਡ ਸਰਕਲ ਇੱਥੇ ਬਣ ਗਿਆ, ਸਾਰਾ ਕੁਛ ਹਰ ਚੀਜ਼ ਇੱਥੇ ਆ। ਅਤੇ ਵੈਸੇ ਵੀ ਵਧੀਆ ਕੰਟਰੀ ਆ, ਲੋਕ ਚੰਗੇ ਆ, ਸੇਫ ਆ। ਸੋ ਹੁਣ ਤੁਸੀਂ ਮਤਲਬ ਇੱਥੇ ਹਾਂਗਕਾਂਗ ਵਿੱਚ ਇੰਡੀਅਨ ਕਮਿਊਨਿਟੀ ਦੇ ਬਹੁਤ ਰਿਸਪੈਕਟਡ ਮੈਂਬਰ ਹੋ। ਸੋ ਤੁਹਾਨੂੰ ਕੀ ਲੱਗਦਾ ਕਿ ਆਪਣੇ ਇੰਡੀਅਨਸ ਦੀ ਇੱਥੇ ਕੀ ਰਿਸਪੋਂਸਿਬਿਲਿਟੀ ਆ ਹਾਂਗਕਾਂਗ ਨੂੰ ਵਾਪਸ ਦੇਣ ਦੀ, ਜਾਂ ਸੋਸ਼ਲ ਕੰਮ ਕਰਨ ਦੀ, ਕਮਿਊਨਿਟੀ ਨੂੰ ਵਾਪਸ ਦੇਣਾ, ਉਹ 'ਚ ਆਪਣਾ ਕੀ ਰੋਲ ਹੋਊਗਾ ਸਰ? ਨਹੀਂ ਦੇਖੋ, ਸਾਨੂੰ ਤਾਂ ਪਹਿਲਾਂ ਹੀ ਜਿਵੇਂ ਕਹ ਲਓ ਸਾਡੇ ਗੁਰੂ ਸਾਹਿਬ ਨੇ ਕਹਿ ਤਾ ਵੀ ਵੰਡ ਛਕੋ। ਚਲੋ ਪਹਿਲਾਂ ਇਹਦੇ 'ਤੇ ਲਗਾ ਲੈਂਦੇ ਹਾਂ ਇੱਕ ਵਰਡ 'ਤੇ, ਆਮ ਆਪਾਂ ਕਹਿੰਦੇ ਨਾਮ ਜਪੋ, ਵੰਡ ਛਕੋ। ਵੰਡ ਛਕੋ 'ਤੇ ਰੱਖ ਲਓ। ਵੰਡ ਛਕੋ ਤਾਂ ਸਾਡੀ ਕਮਿਊਨਿਟੀ ਦਾ ਮਤਲਬ ਇਹ ਸੀ ਵੀ ਮੇਰੇ ਕੋਲ 1 ਰੋਟੀ ਆ ਅਤੇ ਮੈਂ 10 ਜਾਣਿਆਂ ਨੂੰ, ਅਸੀਂ 10 ਬੈਠੇ ਹਾਂ ਅਤੇ ਇੱਕ ਬੁਰਕੀ ਕਰਕੇ ਖਾ ਲਾਂਗੇ ਰਾਈਟ। ਅਤੇ ਜੇ ਕੋਈ ਕਿਸੇ ਮੁਸੀਬਤ ਪੈਂਦੀ ਹੈ ਤਾਂ ਕਮਿਊਨਿਟੀ ਨੇ ਸਭ ਤੋਂ ਪਹਿਲਾਂ ਅੱਗੇ ਆਪਣੀ ਆਉਂਦੇ ਆ, ਸਿੱਖ ਕਮਿਊਨਿਟੀ ਆਉਂਦੀ ਹੈ ਰਾਈਟ। ਅਤੇ ਉਹ ਸਾਡੀ ਡਿਊਟੀ ਵੀ ਹੈ, ਜਾਂ
ਕਿਸੇ ਵੀ ਤਰੀਕੇ ਜਾਂ ਆਪਾਂ ਅਸੀਂ ਲੰਗਰ ਲਾ ਦਿੰਦੇ ਹਾਂ ਜਾਂ ਕੁਛ ਵੀ ਕਰਦੇ ਹਾਂ ਰਾਈਟ। ਅਤੇ ਥੋੜ੍ਹੀ ਬਹੁਤ ਹੈਗਾ ਵੀ ਸਾਰਿਆਂ ਨੂੰ ਇਹ 'ਤੇ ਅਮਲ ਵੀ ਕਰਨਾ ਚਾਹੀਦਾ ਆਪਾਂ ਨੂੰ ਵੰਡ ਛਕੋ। ਅਤੇ ਅੱਜ ਦੀ ਕੰਡੀਸ਼ਨ ਇਹ ਜਿਹੀ ਹੈ ਕਿ ਆਪਣੇ ਹਰ ਇੱਕ ਨੂੰ ਸਿਰਫ ਆਪਣੇ ਲਈ ਸਟੋਰ ਕਰਕੇ ਰੱਖਣ ਦੀ ਹੈ ਕਿ ਚਾਹੇ ਤੁਸੀਂ ਮਾਸਕ ਲਾ ਲਓ, ਚਾਹੇ ਤੁਸੀਂ ਖਾਣਾ ਲਾ ਲਓ, ਮਹਿਮਾਨ ਇਕੱਠੇ ਕਰਕੇ ਅੰਦਰ ਆਪਣੇ ਕੱਪਬੋਰਡ 'ਤੇ ਰੱਖ ਲਾ, ਉਹ ਕੋਈ ਅਸਰ ਨਹੀਂ ਉਹਦਾ। ਫਾਇਦਾ ਉਹੀ ਹੈ ਜਿਹੜਾ ਲੋਕਾਂ ਦੇ ਕੰਮ ਆਵੇਗਾ। ਜੇ ਤੁਸੀਂ ਅੱਜ ਮਾਸਕ ਨੂੰ ਸਟੋਰ ਕਰਕੇ ਰੱਖ ਲਿਆ, ਹੁਣ ਕੋਈ ਮਾਸਕ ਦੀ ਕਮੀ ਨਹੀਂ ਹੈ, ਚਾਹੇ ਉਹ ਚਾਈਨੀਜ਼ ਹੈ ਚਾਹੇ ਉਹ ਆਪਣੇ ਇੰਡੀਅਨਸ ਆ, ਉਹ ਸਭ ਇਕੱਠਾ ਕਰਕੇ ਸਟੋਰ ਕਰਕੇ ਆਪਣੇ ਕੋਲ ਰੱਖੀ ਜਾਂਦੇ ਆ। ਅਤੇ ਜਦੋਂ ਬਿਮਾਰੀ ਚਲੀ ਗਈ ਉਦੋਂ ਤੁਸੀਂ ਕੀ ਕਰਾਓਗੇ? ਕੱਪਬੋਰਡ ਤੁਹਾਡੇ ਪਿਆ ਉਹ ਮਿੱਟੀ ਆ, ਉਹਦੇ ਨਾਲੋਂ ਬੈਟਰ ਆ ਜਿਹਨੂੰ ਤੁਹਾਡੇ ਨੇੜੇ ਕੋਈ ਝਾੜੂ ਵਾਲਾ, ਪੋਚੇ ਵਾਲਾ ਵਾ, ਸਵੀਪਰ ਫਿਰਦੇ ਆ, ਕੋਈ ਤੁਹਾਡੇ ਹੈਲਪਰ ਆ, ਉਹਨਾਂ ਨੂੰ ਦਿਓ ਤਾਂ ਜੋ ਕਿਸੇ ਦੇ ਕੰਮ ਆਵੇ। ਸੋ ਕੰਮ ਤੋਂ ਇਲਾਵਾ ਤੁਹਾਡੇ ਹੋਰ ਹੌਬੀਜ਼ ਹੈਗੇ ਨੇ ਸਰ? ਤੁਸੀਂ ਕਿਵੇਂ ਟਾਈਮ ਸਪੈਂਡ ਕਰਦੇ ਹੋ ਜਦੋਂ ਤੁਸੀਂ ਕੰਮ 'ਤੇ ਨਹੀਂ ਹੁੰਦੇ? ਨਹੀਂ, ਹੌਬੀਜ਼ ਜਿਮ ਚੱਲ ਜਾਂਦੇ ਜਦੋਂ ਟਾਈਮ ਲੱਗਦਾ ਵੇਚਦੀ, ਅਤੇ ਜਾਂ ਸ਼ਾਮੀ ਫੁੱਟਬਾਲ, ਕਿਤੇ ਹਫ਼ਤੇ ਦੇ 1-2 ਦਿਨ ਫੁੱਟਬਾਲ ਖੇਡ ਲੈਂਦੇ। ਤੁਹਾਡੇ ਜਵਾਕ, ਹੁਣ ਤੁਸੀਂ ਚਾਹੋਗੇ ਕਿ ਤੁਹਾਡੇ ਜਵਾਕ ਤੁਹਾਡਾ ਫੈਮਿਲੀ ਬਿਜ਼ਨਸ ਜੁਆਇਨ ਕਰਨ ਵੱਡੇ ਹੋ ਕੇ, ਜਾਂ ਉਹ ਆਪਦੀ ਲਾਈਨ ਚੂਜ਼ ਕਰ ਸਕਦੇ? ਨਹੀਂ, ਮੈਂ ਤਾਂ ਬਹੁਤ ਲੋਕ ਮੈਨੂੰ ਇਹ ਵੀ ਕਹਿੰਦੇ ਕਿ ਬੱਚੇ ਪੜ੍ਹ ਗਏ ਜਦੋਂ ਵੱਡੇ ਹੋ ਗਏ ਉਹ ਤੁਹਾਡੀ ਗਰੋਸਰੀ ਲਾਈਨ 'ਚ ਥੋੜ੍ਹੀ ਆਉਣਗੇ, ਜਾਂ ਮੈਂ ਕਹਿੰਦਾ ਵੀ ਮੇਰੀ ਤਾਂ ਇੱਛਾ ਹੈ ਕਿ ਇਸੇ ਲਾਈਨ 'ਚ ਆਉਣ। ਅਤੇ ਜ਼ਰੂਰੀ ਨਹੀਂ ਹੈ ਕਿ ਇਹ ਕੋਈ ਲਾਈਨ ਖਰਾਬ ਹੈ ਜਾਂ ਕੁਛ ਹੋਰ। ਬਹੁਤ ਸਾਰੇ ਲੋਕਾਂ ਨੂੰ ਤੁਸੀਂ ਬਾਹਰ ਰਿਵਿਊ ਸੁਣੋਗੇ ਕਹਿਣਗੇ ਕਿ ਬੱਚੇ ਬਾਅਦ 'ਚ ਆਪਣੀ ਲਾਈਨ ਹੀ ਚੁਣਦੇ ਆ। ਬਾਕੀ ਮੇਰੀ ਤਾਂ ਕੋਸ਼ਿਸ਼ ਇਹੀ ਰਹੂਗੀ ਕਿ ਉਹ ਇਸੇ ਲਾਈਨ ਦੇ ਵਿੱਚ ਹੀ ਆਉਣ ਅਤੇ ਇਹਨੂੰ ਹੀ ਅੱਗੇ ਜਾ ਕੇ ਸੰਭਾਲਣ। ਸੋ ਤੁਸੀਂ ਹੁਣ ਉਹਨਾਂ ਨੂੰ ਕਿਹੋ ਜਿਹੇ ਲੈਸਨਸ ਦੇਣਾ ਚਾਹੁੰਦੇ ਹੋ ਜਿਹੜੇ ਗਾਂਹ ਜਾ ਕੇ ਉਹ ਯੂਜ਼ ਕਰਨ ਆਪਦੀ ਲਾਈਫ ਵਿੱਚ, ਆਪਦੇ ਬਿਜ਼ਨਸ ਵਿੱਚ? ਲਾਈਫ ਜੋ ਮੇਰਾ ਪਹਿਲਾਂ ਤਾਂ ਮੇਰਾ ਇਹੀ ਹੈ ਕਿ ਘਰੇ ਅਸੀਂ ਕਦੇ ਵੀ ਉਹਨਾਂ ਨਾਲ, ਬੱਚਿਆਂ ਨਾਲ ਵੀ, ਜਾਂ ਅੰਗਰੇਜ਼ੀ ਦੇ ਵਿੱਚ ਜਾਂ ਚਾਈਨੀਜ਼ ਦੇ ਵਿੱਚ ਬਿਲਕੁਲ ਨਹੀਂ ਗੱਲ ਕਰਦੇ। ਘਰੇ ਸਟ੍ਰਿਕਟਲੀ ਪੂਰਾ ਬੰਦ ਕੀਤਾ ਹੋਇਆ ਕਿ ਤੁਸੀਂ ਪੰਜਾਬੀ ਹੀ ਬੋਲਣੀ ਹੈ, ਕਿਉਂਕਿ ਜਿਹੜੀ ਉਹਨਾਂ ਨੇ ਇੰਗਲਿਸ਼ ਹੈ, ਚਾਈਨੀਜ਼ ਹੈ, ਇਹਦਾ ਸਕੂਲ ਤੋਂ ਉਹਨਾਂ ਨੇ ਸਿੱਖ ਹੀ ਲੈਣੀ ਹੈ। ਜ਼ਰੂਰੀ ਹੈ ਕਿ ਉਹਨਾਂ ਨੂੰ ਪੰਜਾਬੀ ਦੇ ਨਾਲ ਜੋੜ ਕੇ ਰੱਖਿਆ ਜਾਵੇ। ਪੰਜਾਬੀ ਨਾਲ ਜੁੜਨਗੇ ਫਿਰ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਸੀਂ ਆਪਦੇ ਉੱਥੇ ਆਪਣੇ ਪੰਜਾਬ 'ਚ ਹੀ ਲੈ ਕੇ ਪੰਜਾਬੀ ਨਾਲ ਜੁੜਨਗੇ ਤਾਂ ਉਹ ਆਪਣੇ ਜਿਹੜੇ ਆਪਾਂ ਨੂੰ ਮਿਲੇ ਸੰਸਕਾਰ ਮਿਲਿਆ ਜਾਂ ਉਹ ਅਫਕੋਰਸ ਉਹਨੂੰ ਫੋਲੋ ਕਰਨਗੇ। ਸੋ ਉਹੀ ਮੈਂ ਅਗਲਾ ਪੁੱਛਣਾ ਚਾਹੁੰਦਾ ਸੀ ਕਿ ਆਪਾਂ ਬਾਹਰ ਬੈਠੇ ਹਾਂ ਨਾ, ਆਪਾਂ ਇੰਡੀਅਨ ਵੈਲਿਊਜ਼ ਨੂੰ, ਇੰਡੀਅਨ ਸੰਸਕਾਰ ਨੂੰ ਆਪਾਂ ਕਿਵੇਂ ਇੱਥੇ ਜਾਰੀ ਰੱਖ ਸਕਦੇ ਹਾਂ, ਕੰਟੀਨਿਊ ਕਰ ਸਕਦੇ ਹਾਂ? ਇਹੀ ਹੈ ਬਸ ਤੁਸੀਂ ਆਪਣੇ ਨਾਲ ਜੁੜੇ ਰਹੋ। ਕੋਈ ਜ਼ਿਆਦਾ ਜ਼ਰੂਰੀ ਨਹੀਂ ਕਿ ਤੁਸੀਂ ਕੁਛ ਲੋਕ ਅੱਗੇ ਪੰਜਾਬੀ ਬੋਲਣ ਤੋਂ ਵੀ ਸ਼ਰਮ ਮੰਨਦੇ ਆ ਤਾਂ ਉਹ ਆਟੋਮੈਟਿਕਲੀ ਤੁਸੀਂ ਜੋ ਟੁੱਟ ਗਏ ਉਹਦੇ ਨਾਲੋਂ ਬੰਦੇ ਨੂੰ ਕਲਚਰ ਦੇ ਨਾਲ। ਬਾਕੀ ਜੋ ਸਾਡਾ ਮੇਰਾ ਤਾਂ ਜਿੰਨਾ ਫਰੈਂਡ ਸਰਕਲ ਆ ਉਹ ਸਾਰਾ ਉਹ ਆਪਣਾ ਪੰਜਾਬੀ ਹੈ ਸਾਰੇ, ਕੋਈ ਉਹ ਤਾਂ ਹੈ ਹੀ ਨਹੀਂ ਕਿ ਤੁਸੀਂ ਹੋਰ ਮਤਲਬ ਹੁਣ ਤੁਸੀਂ ਸਿਰਫ ਗਰੋਸਰੀਜ਼ 'ਤੇ ਫੋਕਸ ਕਰ ਰਹੇ ਹੋ, ਤੁਸੀਂ ਹੋਰ ਬਿਜ਼ਨਸ ਲਾਈਨ 'ਚ ਕੋਈ ਇਨਵੈਸਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਪਲਾਨ ਹੈਗਾ ਤੁਹਾਡਾ ਗਾਂਹ ਜਾ ਕੇ? ਨਹੀਂ, ਪਲਾਨ ਚੱਲ ਰਹੇ ਆ ਪਰ ਅਜੇ ਪਹਿਲਾਂ ਤਾਂ ਨਹੀਂ ਕੀਤੀ, ਪਰ ਪਲਾਨ ਜ਼ਰੂਰ ਚੱਲ ਰਿਹਾ। ਐਂਡ ਹੁਣ ਮਤਲਬ ਤੁਹਾਡਾ ਕੋਈ ਬਿਜ਼ਨਸ ਪਾਰਟਨਰ ਹੈਗਾ ਜਾਂ ਤੁਸੀਂ ਹੁਣ ਆਪੇ? ਨਹੀਂ, ਹਜੇ ਤੱਕ ਤੇ ਅਸੀਂ 100% ਮੈਂ ਖੁਦ ਹੀ ਹਾਂ। ਸਾਡੇ ਤਕਰੀਬਨ 7 ਜਾਂ 8 ਲਿਮਿਟਡ ਕੰਪਨੀਜ਼ ਨੇ। ਠੀਕ ਹੈ। ਇੱਕ ਅੱਜ ਪਿੱਛੇ ਕਾਸਮੈਟਿਕਸ ਹੀ ਹੈ, ਇਹਨੂੰ ਚਾਈਨੀਜ਼ ਹੈਂਡਲ ਕਰਦੇ ਆ, ਬਟ ਹਜੇ ਤੱਕ ਟੋਟਲੀ 100% ਆ ਸਾਡੇ ਕੋਲ। ਹੁਣ ਸਰ ਤੁਸੀਂ ਸਾਡੇ ਵਿਊਅਰਸ ਨੂੰ ਜਾਂ ਕਮਿਊਨਿਟੀ ਨੂੰ ਕੁਛ ਕਹਿਣਾ ਚਾਹੋਗੇ ਤੁਹਾਡੀ? ਨਹੀਂ ਜੀ, ਨਹੀਂ, ਮੈਂ ਕਹਿਣ ਤੋਂ ਤਾਂ ਮੇਰੇ ਹਿਸਾਬ ਨਾਲ ਮੈਂ ਇਹਦਾ ਕੋਈ ਬਹੁਤਾ ਸਿਆਣਾ ਨਹੀਂ ਹੈ ਕਿ ਮੈਂ ਉਹਨਾਂ ਨੂੰ ਸਮਝਾਵਾਂ ਕਿ ਕਿਸੇ ਨੂੰ ਪੜ੍ਹੇ ਲਿਖੇ ਲੋਕ ਨੇ, ਪਰ ਥੋੜ੍ਹਾ ਜਿਹਾ ਸਾਡੀ ਕਮਿਊਨਿਟੀ ਨੂੰ ਚਾਹੀਦਾ ਕਿ ਜਿਸ ਤਰ੍ਹਾਂ ਕਹਿ ਲਓ ਕਿ ਜੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਸੀ ਨਾ, ਉਹ ਸਿਰਫ ਅਸੀਂ ਉਹਨੂੰ ਪੜ੍ਹ ਕੇ ਨਾ ਛੱਡੀਏ, ਉਹ 'ਤੇ ਅਮਲ ਕਰਨਾ ਸ਼ੁਰੂ ਕਰੀਏ। ਮੇਰੀ ਦੂਜੀ ਟੀਵੀ 'ਤੇ ਵੀ ਮੇਰੀ ਉਸ ਦਿਨ ਇੰਟਰਵਿਊ ਸੀਗੀ ਚੱਲ ਰਹੀ, ਉੱਧਰ 'ਤੇ ਮੈਂ ਤਾਂ ਇਹੀ ਆਖਿਆ ਸੀ ਕਿ ਬਾਰ-ਬਾਰ ਕਿ ਉਹਨਾਂ ਦਾ ਇੱਕੋ ਹੀ ਸਵਾਲ ਸੀ ਕਿ ਤੁਸੀਂ ਮਾਸਕ ਡਿਸਟਰੀਬਿਊਸ਼ਨ ਕੀਤਾ, ਇੰਨਾ ਡਿਸਟਰੀਬਿਊਟ ਕੀਤਾ ਵਾ ਅਰਾਊਂਡ, ਅਸੀਂ 2 ਲੱਖ ਤੋਂ ਉੱਤੇ ਅਸੀਂ ਕਰ ਦਿੱਤਾ, ਟੋਟਲ 4 ਲੱਖ ਲਿਆ ਸੀ। ਬਲਕਿ ਉਸ ਵੇਲੇ ਮਾਸਕ ਦੀ ਜੇ
ਵੈਲਿਊ ਸੀਗੀ ਨਾ, $10 ਆਰਾਮ ਨਾਲ ਵਿਕਦਾ ਸੀ, ਮਤਲਬ ਤੁਹਾਡਾ 2 ਮਿਲੀਅਨ 3 ਮਿਲੀਅਨ ਕੁਛ ਵੀ ਹੈ। ਹਾਂਜੀ ਉਹਨਾਂ ਨੇ ਕਿਹਾ ਇੰਨੇ ਮਾਲ ਤੁਸੀਂ ਕਿਵੇਂ ਫ੍ਰੀ ਕਰ ਸਕਦੇ ਹੋ? ਤਾਂ ਮੇਰਾ ਰੀਜ਼ਨ ਇੱਕੋ ਹੀ ਸੀ ਕਿ ਸਾਨੂੰ ਅਸੀਂ ਗੁਰੂ ਨਾਨਕ ਦੇਵ ਜੀ ਦੇ ਫੋਲੋਅਰ ਹਾਂ। ਜੋ ਚੀਜ਼ ਸਾਨੂੰ ਉਹਨਾਂ ਨੇ ਕਹੀ ਹੈ ਸਾਡੇ ਲਈ ਨਥਿੰਗ ਹੈ ਕਿ ਇਹ 2 ਮਿਲੀਅਨ ਦਾ ਜਾਂ 4 ਮਿਲੀਅਨ ਦਾ, ਉਹਦੀ ਵੈਲਿਊ ਨਹੀਂ ਹੈ। ਸਾਡੇ ਲਈ ਉਹ ਵੈਲਿਊ ਹੈ ਕਿ ਲੋਕਾਂ ਨੂੰ ਕੀ ਚਾਹੀਦਾ ਵਾ, ਜਿਹਦੀ ਮਾਰਕੀਟ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਆ ਚੁੱਕੀ। ਅਤੇ ਅਸੀਂ ਉਹ ਚੀਜ਼ ਦੇ ਲਈ ਸਾਰਿਆਂ ਨੂੰ ਆਪਾਂ ਨੂੰ ਹੋਣਾ ਚਾਹੀਦਾ, ਸਾਡੀ ਕਮਿਊਨਿਟੀ ਦੇ ਨਾਲ ਹੁੰਦਾ ਰੋਸ਼ਨ। ਜੇ ਅਗਲਾ ਕੋਈ ਕਹਿੰਦਾ, ਬਾਕੀ ਜਿੰਨੀ ਵੀ ਮੇਰੇ ਇੰਟਰਵਿਊਜ਼ ਹੋਈਆਂ ਚਾਈਨੀਜ਼ ਨਾਲ, ਹਰ ਇੱਕ 'ਤੇ ਤੁਸੀਂ ਦੇਖੋਗੇ ਅਤੇ ਮੈਂ ਇੱਕੋ ਹੀ ਕਿਹਾ ਕਿ ਵੀ ਆਰ ਬਿਲੋਂਗ ਟੂ ਦਾ ਸਿੱਖੀਜ਼ਮ, ਕਿ ਜੋ ਸਿੱਖਾਂ ਨੂੰ ਸਿਖਾਇਆ ਹੀ ਇਹੀ ਗਿਆ ਵੀ ਜਦੋਂ ਹੁਣ ਤੁਸੀਂ ਖਾਲਸਾ ਏਡ ਦੇਖ ਲਓ ਕਿ ਨਾ ਸਾਡਾ ਰੋਸ਼ਨ ਕਰ ਰਹੇ ਆ। ਅਤੇ ਇਸ ਤਰ੍ਹਾਂ ਦੇ ਕੋਈ ਹੁੰਦਾ ਹੈ ਤਾਂ ਕੋਈ ਇੱਦਾਂ ਦੇ ਕੰਮ ਵੀ ਕੀਤੇ ਜਾਣ ਜਿਹਦੇ ਨਾਲ ਕਮਿਊਨਿਟੀ ਸਾਡੇ ਲੋਕਾਂ ਨੂੰ ਪਤਾ ਲੱਗੇ ਵੀ ਸਿੱਖ ਕੌਣ ਹੁੰਦੇ ਆ ਸਿੱਖ। ਥੈਂਕ ਯੂ ਵੈਰੀ ਮਚ ਸਰ, ਤੁਸੀਂ ਆਪਦਾ ਕੀਮਤੀ ਟਾਈਮ ਦਿੱਤਾ। ਧੰਨਵਾਦ ਤੁਸੀਂ ਇੰਟਰਵਿਊ ਦੇਣ ਲਈ। ਥੈਂਕ ਯੂ ਸਰ।